ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ। ਦੇਹ ਨਾਮ ਕਰ ਆਪਣੇ ਚੇਰੇ। ਇਹ ਬੇਨੰਤੀ ਸੁਣ ਪ੍ਰਭ ਮੇਰੇ। ਦੇਹ ਨਾਮ ਕਰ ਆਪਣੇ ਚੇਰੇ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ। ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੇ ਜੀ ਨਾਲੇ। ਗੁਰ ਕਾ ਬਚਨ ਬਸੇ ਜੀ ਨਾਲੇ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਆਏ ਨ ਸਕੈ ਜਾਲੇ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਆਏ ਨ ਸਕੈ ਜਾਲੇ। ਜਿਉ ਬੁਲਾਵੋ ਤਿਉ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਸੁਭਾਗੀ ਹਜ਼ੂਰੀ ਵਿਖੇ ਜੁੜ ਬੈਠੀ ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ। ਗੁਰੂ ਸਾਹਿਬ ਜੀ ਦੀਆਂ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਨੇ। ਗੁਰੂ ਕੇ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਮਿਲਿਆ ਹੈ ਔਰ ਗੁਰੂ ਕੀ ਪਾਵਨ ਚਰਨ ਸ਼ਰਨ ਦਾ ਆਨੰਦ ਮਾਣਦੇ ਹੋਏ ਪਾਵਨ ਪਵਿੱਤਰ ਇਲਾਹੀ ਤੁਰ ਕੀ ਸਾਚੀ ਔਰ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਿਆਰ ਸਤਿਕਾਰ ਸਹਿਤ ਸ਼ਰਵਣ ਕੀਤੇ ਹਨ। ਗੁਰਦੁਆਰੇ ਹਰ ਕੀਰਤਨ ਸੁਣੀਐ। ਸਤਿਗੁਰ ਭੇਟ ਹਰ ਜਸ ਮੁਖ ਪਣੀਐ। ਕਲ ਕਲੇਸ਼ ਮਿਟਾਏ ਸਤਿਗੁਰ
ਹਰ ਦਰਗਾ ਦੇਵੈ ਮਾਨਾ ਹੈ। ਬੇਅੰਤ ਉਪਮਾ ਸਾਹਿਬ ਨੇ ਕੀਰਤਨ ਦੀ ਕਰਦੇ ਹੋਏ ਔਰ ਕੀਰਤਨ ਦੀ ਇਸ ਇਲਾਹੀ ਦਾਤ ਦੇ ਨਾਲ ਜੁੜਨ ਦਾ ਸਾਨੂੰ ਉਪਦੇਸ਼ ਦਿੱਤਾ ਹੈ, ਪ੍ਰੇਰਣਾ ਦਿੱਤੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸੋ ਬਾਣੀ ਦੇ ਗਾਇਨ ਕੀਰਤਨ 'ਚ ਆਪ ਜੀ ਨੇ ਸੁਰਤ ਬਿਰਤੀਆਂ ਨੂੰ ਜੋੜਿਆ, ਕੀਰਤਨ ਦਾ ਰਸ ਆਨੰਦ ਮਾਣਿਆ। ਉਪਰੰਤ ਆਓ ਮਿੱਥੇ ਹੋਏ ਸਮੇਂ ਮੁਤਾਬਕ ਗੁਰਬਾਣੀ ਵਿਚਾਰ ਦੀ ਲੜੀ ਦੇ ਨਾਲ ਜੁੜੀਏ ਔਰ ਗੁਰਬਾਣੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਜਹਾਜ਼, ਨਿਮਰਤਾ ਸ਼ਾਂਤੀ ਦੇ ਪੁੰਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ, ਪਾਵਨ ਬਾਣੀ ਸਹਿਸਕ੍ਰਿਤੀ ਦੀ ਨਿਤਾ ਪ੍ਰਤੀ ਵਿਚਾਰ ਦੇ ਨਾਲ ਆਪ ਜੀ ਜੁੜਦੇ ਹੋ ਔਰ ਜੋ ਇਸ ਬਾਣੀ ਰਾਹੀਂ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਅੰਮ੍ਰਿਤਮਈ ਉਪਦੇਸ਼ ਸਾਡੀ ਸਾਰਿਆਂ ਦੀ ਝੋਲੀ 'ਚ ਪਾਏ ਨੇ, ਉਹਨੂੰ ਆਪਾਂ ਸਮਝਦੇ ਹਾਂ। ਗੁਰੂ ਕੀ ਬਾਣੀ ਸਰਬ ਸਾਂਝਾ ਉਪਦੇਸ਼ ਹੈ, ਸੰਸਾਰ ਦੇ ਹਰ ਪ੍ਰਾਣੀ ਮਾਤਰ ਦੇ ਲਈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਜਾਂ ਸੁਖਮਨੀ ਸਾਹਿਬ ਅੰਦਰ ਆਪਾਂ ਪੜ੍ਹਦੇ ਹਾਂ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ। ਸਾਰਿਆਂ ਨੂੰ ਗੁਰੂ ਕੀ ਬਾਣੀ ਗਿਆਨ ਉਪਦੇਸ਼ ਬਖਸ਼ਦੀ ਹੈ ਔਰ ਆਪ ਪਾਵਨ ਬਾਣੀ ਅਡੋਲ ਹੈ। ਸਾਨੂੰ ਵੀ ਜਦੋਂ ਬਾਣੀ ਦਾ ਸਹਾਰਾ, ਓਟ ਆਸਰਾ ਤੇ ਟੇਕ ਮਿਲਦੀ ਹੈ ਤੇ ਫਿਰ ਅਸੀਂ ਵੀ ਅਡੋਲ ਬਣਦੇ ਹਾਂ, ਅਡੋਲ ਥਿਰ ਅਵਸਥਾ ਵਾਲੇ। ਜਿਵੇਂ ਕੋਈ ਘਰ ਪਰਿਵਾਰ 'ਚ ਭਾਣਾ ਵਰਤ ਜਾਏ, ਕੋਈ ਦੁੱਖ ਦੀ ਘੜੀ ਆਏ ਤੇ ਅਕਸਰ ਕਿਹਾ ਜਾਂਦਾ ਹੈ ਜੀ ਬਾਣੀ ਦਾ ਸਹਾਰਾ ਲਵੋ, ਬਾਣੀ ਦੇ ਨਾਲ ਜੁੜੋ, ਕਿਉਂਕਿ ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਭਣ। ਗੁਰੂ ਕਾ ਸ਼ਬਦ, ਗੁਰੂ ਕੀ ਬਾਣੀ ਸਾਡੇ ਮਨ ਨੂੰ ਟਿਕਾ, ਧੀਰਜ ਤੇ ਸਹਿਜ ਪ੍ਰਦਾਨ ਕਰਦੀ ਹੈ। ਖੈਰ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਰੋਜ਼ਾਨਾ ਵਿਚਾਰ ਸਹਿਤ ਆਪਾਂ ਪੜ੍ਹਦੇ ਹਾਂ, ਸਮਝਦੇ ਹਾਂ ਔਰ ਇਸ ਪਾਵਨ ਪਵਿੱਤਰ ਬਾਣੀ ਦੇ 54 ਸਲੋਕਾਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ 54 ਨੰਬਰ ਸਲੋਕ ਤੋਂ ਜਿੱਥੋਂ ਆਪਾਂ ਕੱਲ ਵਿਚਾਰ ਨੂੰ ਸੰਕੋਚਿਆ ਸੀ, ਉੱਥੇ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਕਿ ਉਹ ਜਿਹੜਾ ਗੁਸਾਈ ਹੈ, ਗਰਿਸ਼ਟ ਰੂਪੇਣ ਬਹੁਤ ਵੱਡਾ ਹੈ ਔਰ ਸਾਰੇ ਜੀਵਾਂ ਦਾ ਜੀਵਨ ਦਾ ਸਹਾਰਾ ਉਹਦਾ ਨਾਮ ਹੈ। ਹੁਣ ਮਹਾਰਾਜ ਕਹਿੰਦੇ ਉਹਦੇ ਨਾਮ ਦੀ ਦਾਤ ਜਾਂ ਜੀਵਨ ਨੂੰ ਨਿਰਮਲ ਤੇ ਸੋਹਣੇ ਤਰੀਕੇ ਦੇ ਨਾਲ ਬਤੀਤ ਕਰਨ ਦੀ ਜਿਹੜੀ ਨਿਰਮਲ ਜੀਵਨ ਜੁਗਤ ਹੈ, ਉਹ ਕਿੱਥੋਂ ਪ੍ਰਾਪਤ ਹੋਵੇ, ਕਿੱਥੋਂ ਮਿਲਦੀ ਹੈ ਉਹ ਜੀਵਨ ਜੁਗਤ। ਲਬਦਿਅੰਗ ਸੰਤ ਸੰਗੇਣ ਨਾਨਕ ਸਵਸ਼ ਮਾਰਗ ਹਰ ਭਗਤਣੈ। ਉਹ ਪਰਮਾਤਮਾ ਦੀ ਭਗਤੀ ਦਾ ਮਾਰਗ, ਨਿਰਮਲ ਮਾਰਗ, ਉਹ ਮਾਰਗ ਜਿੱਥੇ ਆਪਣਾ ਬਿਗਾਰ ਬਿਰਾਨਾ ਸਾਂਢੇ ਵਾਲੀ ਬਿਰਤੀ ਹੁੰਦੀ ਹੈ ਕਿ ਦੂਜੇ ਦਾ ਭਲਾ ਹੋਣਾ ਚਾਹੀਦਾ, ਮੇਰਾ ਭਾਵਾਂ ਕੁਝ ਨੁਕਸਾਨ ਵੀ ਹੋ ਜਾਏ। ਇਹ ਵੇਖੋ ਇੱਕ ਸੰਸਾਰੀ ਬਿਰਤੀ ਹੈ
ਜਿੱਥੇ ਬੰਦਾ ਇਹ ਚਾਹੁੰਦਾ ਹੈ ਕਿ ਮੇਰਾ ਪ੍ਰੋਫਿਟ ਭਲਾ ਹੋਣਾ ਚਾਹੀਦਾ, ਲਾਭ ਹੋਣਾ ਚਾਹੀਦਾ, ਦੂਜੇ ਦਾ ਨੁਕਸਾਨ ਵੀ ਕਰਨਾ ਪਵੇ, ਲੋਕ ਪਰਵਾਹ ਕੋਈ ਨਹੀਂ ਕਰਦੇ। ਇੱਕ ਗੁਰਮੁਖ ਬਿਰਤੀ ਹੈ, ਗੁਰਮੁਖ ਬਿਰਤੀ ਜਿੱਥੇ ਭਾਵੇਂ ਆਪਣਾ ਕੁਝ ਨੁਕਸਾਨ ਵੀ ਸਹਿਣਾ ਪਵੇ ਕੋਈ ਪਰਵਾਹ ਨਹੀਂ ਹੈ, ਦੂਜੇ ਦਾ ਭਲਾ ਜ਼ਰੂਰ ਕਰਨਾ ਹੈ, ਆਪਣਾ ਬਿਗਾਰ ਬਿਰਾਨਾ ਸਾਂਢੇ ਵਾਲੀ ਬਿਰਤੀ। ਇਹ ਬਿਰਤੀ ਕਿੱਦਾਂ ਬਣਦੀ ਹੈ? ਸਤ ਸੰਗਤ 'ਚ ਜੁੜ ਕੇ ਜਦੋਂ ਆਪਾਂ ਗੁਰੂ ਕਾ ਨਿਰਮਲ ਉਪਦੇਸ਼ ਪੜ੍ਹਦੇ ਹਾਂ, ਸੁਣਦੇ ਹਾਂ, ਸਮਝਦੇ ਹਾਂ, ਕਮਾਉਂਦੇ ਹਾਂ, ਫਿਰ ਇਹ ਬਿਰਤੀ, ਇਹ ਜੀਵਨ ਅਵਸਥਾ ਸਾਡੀ ਬਣਦੀ ਹੈ। ਇੱਦੋਂ ਅੱਗੇ 55 ਨੰਬਰ ਸ਼ਲੋਕ, ਇਸ ਸ਼ਲੋਕ ਅੰਦਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਤੇ ਸਿਮਰਨ ਦੀ ਬਰਕਤ ਦੱਸਦੇ ਹਨ ਕਿ ਵਾਹਿਗੁਰੂ ਦੇ ਨਾਮ ਤੇ ਸਤ ਸੰਗਤ ਦੀ ਕੀ ਵਡਿਆਈ ਹੈ। ਕੁਝ ਚੀਜ਼ਾਂ, ਕੁਝ ਸਿਧਾਂਤ ਸਿੱਖੀ ਦੇ ਮੂਲ ਬੇਸਿਕ ਸਿਧਾਂਤ ਹਨ, ਜਿਹਦੇ 'ਚ ਸੰਗਤ, ਪੰਗਤ, ਸਿਮਰਨ, ਇਹ ਚੀਜ਼ਾਂ ਸਾਡੀਆਂ ਸਿੱਖੀ ਮਰਿਆਦਾ ਦੀਆਂ ਜਾਂ ਸਿੱਖ ਪੰਥ ਦੀਆਂ ਬਿਲਕੁਲ ਮੁੱਢਲੀਆਂ ਬੇਸਿਕ ਚੀਜ਼ਾਂ ਹਨ, ਜਿਨ੍ਹਾਂ ਦਾ ਧਾਰਨੀ ਹਰ ਇੱਕ ਗੁਰੂ ਕੇ ਸਿੱਖ ਨੇ ਹੋਣਾ ਹੈ। ਇਹਦੇ ਤੋਂ ਬਿਨਾਂ ਸਿੱਖੀ ਜੀਵਨ ਨਹੀਂ ਹੈ। ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਸੇਵਾ, ਸਿਮਰਨ, ਸੰਗਤ, ਪੰਗਤ, ਇਹ ਸਿੱਖੀ ਦੇ ਬੇਸਿਕ ਸਿਧਾਂਤ, ਬੇਸਿਕ ਮੁੱਢਲੀਆਂ ਅਸੂਲਾਂ, ਵਿਚਾਰਾਂ ਹਨ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਸਤ ਸੰਗਤ 'ਚ ਜੁੜ ਕੇ ਤੇ ਵਾਹਿਗੁਰੂ ਨੂੰ ਧਿਆਉਣ ਸਦਕਾ ਫਿਰ ਕੀ ਜੀਵਨ ਦੀ ਅਵਸਥਾ ਬਣਦੀ ਹੈ। ਮਹਾਰਾਜ ਨੇ ਕੁਝ ਬਾਹਰ ਦੀਆਂ ਉਦਾਹਰਨਾਂ ਤੇ ਕੁਝ ਦ੍ਰਿਸ਼ਟਾਂਤਾਂ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ ਹੈ। ਸਾਹਿਬ ਕਹਿੰਦੇ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲਕੈ। ਮਸਕੰ ਦਾ ਭਾਵ ਹੈ ਮੱਛਰ, ਭਗਨੰਤ ਦਾ ਭਾਵ ਹੈ ਪੰਨ ਦਿੰਦਾ, ਤੋੜ ਦਿੰਦਾ ਹੈ। ਸੈਲੰ, ਸੈਲ ਦਾ ਭਾਵ ਹੈ ਪੱਥਰ, ਪਹਾੜ। ਔਰ ਕਰਦਮੰ ਤਰੰਤ ਪਪੀਲਕੈ, ਪਪੀਲਕੈ ਦਾ ਭਾਵ ਹੈ ਕੀੜੀ, ਔਰ ਕਰਦਮੰਗ ਦਾ ਭਾਵ ਹੈ ਚਿੱਕੜ। ਬਾਹਰੀ ਤੌਰ ਤੇ ਇਸ ਪੰਕਤੀ ਦੇ ਅਰਥ ਬਣਦੇ ਹਨ ਕਿ ਮੱਛਰ ਵੀ ਪਹਾੜ ਨੂੰ ਤੋੜਨ, ਪੱਥਰ ਨੂੰ ਤੋੜਨ ਦੇ ਸਮਰੱਥ ਬਣ ਜਾਂਦਾ ਹੈ ਤੇ ਕੀੜੀ ਵੀ ਚਿੱਕੜ ਨੂੰ ਪਾਰ ਲੰਘ ਸਕਦੀ ਹੈ। ਕੀੜੀ ਵੀ ਚਿੱਕੜ ਨੂੰ ਪਾਰ ਲੰਘਣ ਦੇ ਸਮਰੱਥ ਬਣਦੀ ਹੈ। ਇੱਥੇ ਮੱਛਰ ਦਾ ਭਾਵ ਹੈ ਬਿਲਕੁਲ ਨਿਮਾਣਾ, ਨਿਤਾਣਾ ਜਿਹਾ ਜੀਵ, ਔਰ ਸੈਲੰਗ ਪੱਥਰ ਦਾ ਭਾਵ ਹੈ, ਪਹਾੜ ਦਾ ਭਾਵ ਹੈ ਹੰਕਾਰ ਰੂਪੀ ਪਹਾੜ। ਕੀੜੀ ਦਾ ਭਾਵ ਵੀ ਹੈ ਨਿਮਾਣਾ ਜੀਵ, ਤੇ ਕਰਦਮੰਗ ਜਿਹੜਾ ਚਿੱਕੜ ਹੈ ਉਹ ਬਾਣੀ 'ਚ ਸਤਿਗੁਰੂ ਕਹਿੰਦੇ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬੀਲੇ, ਮੋਹ ਰੂਪੀ ਚਿੱਕੜ। ਕਹਿਣ ਦਾ ਭਾਵ ਕਿ ਸਤ ਸੰਗਤ ਤੇ ਸਿਮਰਨ ਦੀ ਬਰਕਤ ਇਹ ਹੈ ਕਿ ਜਿਹੜਾ ਜੀਵ ਬਿਲਕੁਲ ਕਮਜ਼ੋਰ ਹੈ ਉਹ ਇੰਨਾ ਸਮਰੱਥ ਬਣਦਾ ਹੈ ਕਿ ਵੱਡੇ ਹੰਕਾਰ ਰੂਪੀ ਪਹਾੜ ਨੂੰ ਵੀ ਪਾਰ ਕਰ ਲੈਂਦਾ, ਹੰਕਾਰ ਨੂੰ ਵੀ ਖਤਮ ਕਰਨ ਦੇ ਉਹ ਸਮਰੱਥ ਬਣਦਾ ਹੈ। ਔਰ ਜਿਹੜਾ ਬਿਲਕੁਲ ਨਿਮਾਣਾ ਜਿਹਾ ਕੀੜੀ ਵਰਗਾ ਜੀਵ ਮੋਹ ਮਮਤਾ ਦੇ ਬੰਧਨ ਦੇ ਵਿੱਚ ਬੱਝਿਆ ਤੇ ਫਸਿਆ ਪਿਆ ਹੈ, ਜਦੋਂ ਸੰਗਤ ਤੇ ਨਾਮ ਦੀ ਬਰਕਤ ਤੇ ਕਲਾ ਵਰਤਦੀ ਹੈ ਉਹ ਫਿਰ ਮੋਹ ਦੀਆਂ ਜੰਜੀਰਾਂ ਨੂੰ ਤੋੜ ਸੁੱਟਦਾ ਹੈ। ਜਿਵੇਂ ਆਪਾਂ ਇੱਕ ਬਚਨ ਸਤਿਗੁਰਾਂ ਦਾ ਪੜ੍ਹਦੇ ਹਾਂ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਮਹਾਰਾਜ ਕਹਿੰਦੇ ਸੰਗਤ ਦੀ ਮਹਿਮਾ ਵਡਿਆਈ ਸੁਣੋ। ਸ਼ਬਦ ਆਰੰਭ ਹੁੰਦਾ ਹੈ ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਦਲੇ ਤੇਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਇਹਨਾਂ ਪੰਕਤੀਆਂ ਦੀ ਵੀ ਆਪਾਂ ਕਿੰਨੀ ਵਾਰ ਵਿਚਾਰ ਕੀਤੀ ਹੈ ਕਿ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਤੇ ਫਿਰ ਕਿੱਦਾਂ ਪਿੰਗਲਾ ਵੀ ਪਰਬਤ ਨੂੰ ਪਾਰ, ਔਰ ਜਿਹੜਾ ਕੁਝ ਵੀ ਜਾਣਦਾ ਨਹੀਂ ਹੈ ਉਹ ਮੂਰਖ ਵੀ ਸੋਹਣਾ ਬੁਲਾਰਾ ਬਣਦਾ ਹੈ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਦਲੇ ਤੇਰੇ ਭਵਨ, ਅੰਨੇ ਨੂੰ ਵੀ ਤਿੰਨਾਂ ਭਵਨਾਂ ਦੀ ਗੁਰੂ ਸੋਝੀ ਵਰਤਾ ਦਿੰਦੇ ਹਨ, ਗੁਰ ਭੇਟ ਪੁਨੀਤਾ। ਉੱਥੇ ਮਹਾਰਾਜ ਕਹਿੰਦੇ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਬਿਲਕੁਲ ਜਿਹੜਾ ਨਿਮਾਣਾ ਕੀੜੇ ਵਰਗਾ ਜੀਵ ਹੈ ਉਹ ਵੀ ਹਾਥੀ ਨੂੰ ਜਿੱਤਣ ਦੇ ਸਮਰੱਥ ਬਣ ਜਾਂਦਾ ਹੈ। ਐਸੀ ਭਗਤ ਗੋਬਿੰਦ ਕੀ, ਇਹ ਪਰਮਾਤਮਾ ਦੀ ਨਿਰੰਕਾਰ ਦੀ ਭਗਤੀ ਦਾ ਪ੍ਰਤਾਪ ਹੈ।
ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ। ਜਿਨ੍ਹਾਂ ਜਿਨ੍ਹਾਂ ਨੂੰ ਉਹਨੇ ਆਪਣਾ ਬਣਾ ਲਿਆ ਉਹਨਾਂ ਨੂੰ ਵਾਹਿਗੁਰੂ ਨੇ ਤਰੁੱਠ ਕੇ ਨਿਰਭੈਤਾ ਦੀ ਦਾਤ ਬਖਸ਼ੀ। ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਿਖੀਤਾ। ਮਹਾਰਾਜ ਬਿੱਲੀ ਨੂੰ ਵੀ ਸ਼ੇਰ ਬਣਾਉਣ ਦੀ ਸਮਰੱਥਾ ਰੱਖਦੀ ਆ ਗੁਰੂ ਕੀ ਸੰਗਤ ਤੇ ਨਾਮ। ਬਿੱਲੀ ਭਾਵ ਬਿਲਕੁਲ ਕਮਜ਼ੋਰ ਕੰਮ ਦਿਲਾ ਜੀਵ। ਸਿੰਘ ਦਾ ਭਾਵ ਹੈ ਸ਼ੇਰ। ਔਰ ਵੈਸੇ ਆਪਾਂ ਆਪਣੇ ਇਤਿਹਾਸ ਨੂੰ ਪੜ੍ਹ ਕੇ ਵੇਖ ਲਈਏ, ਬੜਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਬਖਸ਼ ਕੇ ਥਾਪੜਾ ਦਿੱਤਾ ਤੇ ਗੁਰੂ ਕੇ ਯੋਧੇ ਮੈਦਾਨੇ ਜੰਗ ਦੇ ਵਿੱਚ 1.25 ਲੱਖ ਦਾ ਮੁਕਾਬਲਾ ਕਰਨ ਦੇ ਸਮਰੱਥ ਬਣ ਗਏ। ਹੁਣ ਚਮਕੌਰ ਦੀ ਜੰਗ ਦੀ ਗੱਲ ਕਰੀਏ, ਇੱਕ ਪਾਸੇ 40, ਇੱਕ ਪਾਸੇ ਲੱਖਾਂ ਦੀ ਫੌਜ। ਹੁਣ ਇੰਨੀ ਵੱਡੀ ਫੌਜ ਨੂੰ ਵੇਖ ਕੇ ਆਮ ਸਧਾਰਨ ਲੋਕ ਹੁੰਦੇ ਤੇ ਘਬਰਾ ਜਾਂਦੇ, ਪਰ ਗੁਰੂ ਦਾ ਥਾਪੜਾ ਸੀ। ਗੁਰੂ ਨੇ ਬੱਬਰ ਸ਼ੇਰ ਬਣਾਏ ਸਨ, ਜਿਨ੍ਹਾਂ ਨੇ 10 ਲੱਖ ਦੀ ਵੀ ਪਰਵਾਹ ਨਾ ਕੀਤੀ, ਬਲਕਿ ਇੱਥੋਂ ਤੱਕ ਮਹਾਰਾਜ ਨੂੰ ਕਿਹਾ ਸਤਿਗੁਰੂ ਜੇ 10 ਕਰੋੜ ਵੀ ਹੁੰਦੇ ਤੇ ਸਾਨੂੰ ਤਾਂ ਵੀ ਪਰਵਾਹ ਨਹੀਂ ਸੀ। ਉਹ ਕਿਹੜੀ ਕਲਾ ਹੈ, ਉਹ ਤਾਕਤ ਕਿਹੜੀ ਹੈ ਜਿਹਦੇ ਸਹਾਰੇ ਕੱਲਾ ਕੱਲਾ ਗੁਰੂ ਕਾ ਸਿੱਖ ਲੱਖਾਂ ਦੀ ਫੌਜ ਦਾ ਮੁਕਾਬਲਾ ਕਰਦਾ ਹੈ। ਭਾਈ ਬਚਿੱਤਰ ਸਿੰਘ ਦੀ ਆਪਾਂ ਗੱਲ ਕਰਦੇ, ਭਾਈ ਬਿਧੀ ਚੰਦ, ਬਾਬਾ ਬੰਦਾ ਸਿੰਘ ਬਹਾਦਰ ਲੱਖਾਂ ਦੀ ਫੌਜ ਦੇ ਮੁਕਾਬਲੇ ਦੇ ਲਈ ਸੀਨਾ ਤਾਣ ਕੇ ਯੋਧੇ ਖਲੋ ਗਏ। ਉਹ ਕਲਾ ਕਿਹੜੀ, ਉਹ ਤਾਕਤ ਕਿਹੜੀ ਹੈ। ਹੁਣ ਹੱਸ ਕੇ ਤੱਤੀ ਤਵੀ ਤੇ ਬਹਿ ਜਾਣਾ, ਸੀਸ ਤੇ ਆਰਾ ਜ਼ਾਲਮਾਂ ਨੇ ਰੱਖਿਆ, ਗੁਰੂ ਕੇ ਯੋਧੇ ਨੇ ਸਿੱਖ ਨੇ ਸੀ ਤੱਕ ਨਾ ਕੀਤਾ, ਸਰੀਰ ਦੇ 2 ਹਿੱਸੇ ਕਰਵਾ ਲਏ। ਹੱਥ ਅੱਗੇ ਕੀਤੇ, ਜਲਾਦ ਗੁੱਟ ਤੋਂ ਹੱਥ ਕੱਟਣ ਲੱਗਾ। ਭਾਈ ਮਨੀ ਸਿੰਘ ਕਹਿਣ ਲੱਗੇ ਨਾ, ਤੇਰੇ ਮਾਲਕ ਦਾ ਹੁਕਮ ਹੈ ਬੰਦ ਬੰਦ ਕੱਟਣਾ ਤੇ ਬੰਦ ਉਂਗਲ ਦੇ ਪਹਿਲੇ ਪੋਟੇ ਤੋਂ ਸ਼ੁਰੂ ਹੁੰਦਾ ਹੈ, ਇੱਥੋਂ ਕੱਟਣਾ ਸ਼ੁਰੂ ਕਰ। ਤੂੰ ਆਪਣੇ ਮਾਲਕ ਦਾ ਹੁਕਮ ਵਜਾ ਤੇ ਮੈਂ ਆਪਣੇ ਮਾਲਕ ਦਾ ਹੁਕਮ ਕਮਾਵਾਂਗਾ। ਹੁਣ ਮਾਰਨ ਵਾਲਾ ਵੀ ਘਬਰਾ ਗਿਆ ਕਿ ਕਮਾਲ ਹੈ, ਮੈਂ ਤਾਂ ਤਰਸ ਕਰ ਰਿਹਾ ਸਾਂ ਕਿ ਕਿੱਥੇ ਟੁਕੜੇ ਟੁਕੜੇ ਕਰਨੇ ਹਨ, ਪਰ ਇਹ ਤੇ ਆਪ ਟੁਕੜੇ ਟੁਕੜੇ ਹੋਣ ਦੇ ਲਈ ਤਿਆਰ ਖੜਾ ਹੈ। ਹੁਣ ਉਹ ਕਿਹੜੀ ਕਲਾ ਹੈ, ਉਹ ਕਿਹੜੀ ਤਾਕਤ ਹੈ ਜਿਹੜੀ ਤਾਕਤ ਕਰਕੇ ਉਹ ਮਰਨੋਂ ਵੀ ਯੋਧੇ ਘਬਰਾਉਂਦੇ ਨਹੀਂ ਹਨ। ਛੋਟੇ ਛੋਟੇ ਮਾਸੂਮ ਬੱਚੇ, ਗੁਰੂ ਗੋਬਿੰਦ ਸਿੰਘ ਦੇ ਬੱਚੇ ਸਾਡੇ ਘਰਾਂ 'ਚ ਵੀ ਹਨ। ਛੋਟਾ ਜਿਹਾ ਬੱਚਾ ਥੋੜਾ ਦਬਕਾ ਮਾਰਦੇ, ਗੁੱਸੇ ਦੇ ਨਾਲ ਅੱਖਾਂ ਵੀ ਦਿਖਾ ਦਈਏ, ਬੱਚਾ ਝੱਟ ਘਬਰਾ ਜਾਂਦਾ ਹੈ। ਮੁਗਲਿਆ ਹਕੂਮਤ ਦਾ ਪੂਰਾ ਜ਼ੋਰ ਲੱਗਿਆ ਹੈ। ਵਜ਼ੀਰ ਖਾਨ, ਸੁੱਚਾ ਨੰਦ, ਜਿੰਨੇ ਦਰਬਾਰੀ ਨੇ ਸਾਰੇ ਲੱਗੇ ਹੋਏ ਨੇ ਕਿਸ ਕੰਮ ਪਿੱਛੇ ਕਿ ਇਹਨਾਂ ਬੱਚਿਆਂ ਨੂੰ ਝੁਕਾ ਦਈਏ, ਡਰਾ ਦਈਏ, ਕਿਸੇ ਲਾਲਚ ਦੇ ਵਿੱਚ ਲਿਆ ਕੇ ਡੁਲਾ ਦਈਏ, ਪਰ ਗੁਰੂ ਕੇ ਬੱਚਿਆਂ ਨੂੰ ਕੋਈ ਥੜਕਾ ਨਹੀਂ ਸਕਿਆ, ਕੋਈ ਥੜਕਾ। ਹੁਣ ਉਹ ਕਿਹੜੀ ਕਲਾ ਹੈ, ਉਹ ਕਿਹੜੀ ਤਾਕਤ ਹੈ। ਰੋਜ਼ ਆਪਾਂ ਅਰਦਾਸ ਕਰਦੇ ਹਾਂ, ਅਰਦਾਸ 'ਚ ਪਹਿਲੇ ਪੈਰੇ 'ਚ ਤੇ ਨਾਮ ਹੈ ਗੁਰੂ ਸਾਹਿਬਾਨਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਨ ਦੀ ਗੱਲ। ਉਦੋਂ ਬਾਅਦ ਅਗਲਿਆਂ 2 ਪੈਰਿਆਂ ਦੇ ਵਿੱਚ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ ਤਮਾਮ ਦੀ ਗੱਲ ਕਰਕੇ ਆਪਾਂ ਕਰਦੇ ਹਾਂ 3 ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਅਨੇਕਾਂ ਜ਼ਿਕਰ ਕਰਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਸਿਦਕ ਨਾ ਹਾਰਿਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਉਹ ਕਮਾਈ ਨੂੰ ਆਪਾਂ ਧਿਆਉਂਦੇ ਹਾਂ। ਹੁਣ ਉਹ ਉਸ ਕਮਾਈ ਤੱਕ ਕਿੱਦਾਂ ਪਹੁੰਚ ਗਏ, ਕਿੱਦਾਂ ਪਹੁੰਚ ਗਏ। ਧੰਨ ਬਾਬਾ ਦੀਪ ਸਿੰਘ, ਬਜ਼ੁਰਗੀ ਦੀ ਉਮਰ ਹੈ ਤੇ ਉਹ ਕਰੀਬਨ 70-75 ਸਾਲਾਂ ਦਾ ਬਜ਼ੁਰਗ ਬਾਬਾ ਵੀ ਹੱਥ 'ਚ 18-16 ਸ਼ੇਰ ਦਾ ਖੰਡਾ ਲੈ ਕੇ ਮੈਦਾਨੀ ਜੰਗ ਦੇ ਵਿੱਚ ਜੂਝਦਾ ਪਿਆ ਹੈ। ਉਹ ਤਾਕਤ, ਉਹ ਕਲਾ ਕਿੱਥੋਂ ਆ ਗਈ। ਉਹ ਹੈ ਗੁਰਬਾਣੀ ਦੀ ਕਲਾ। ਜਿੱਥੇ ਗੁਰਬਾਣੀ ਉੱਥੇ ਕੁਰਬਾਨੀ ਹੈ। ਉਹ ਹੈ ਗੁਰੂ ਦੇ ਥਾਪੜੇ ਦੀ ਕਲਾ, ਉਹ ਹੈ ਗੁਰੂ ਦੀ ਸੰਗਤ ਦੀ ਕਲਾ, ਉਹ ਹੈ ਗੁਰੂ ਦੀ ਬਾਣੀ ਦੀ ਕਲਾ, ਜਿਸ ਬਾਣੀ ਨੇ ਉਹਨਾਂ ਦੇ ਅਧਿਆਤਮਕ ਅੰਦਰ ਨੂੰ ਇੰਨਾ ਜ਼ਿਆਦਾ ਉੱਚਾ ਕਰ ਦਿੱਤਾ, ਦ੍ਰਿੜ ਤੇ ਪਰਪੱਕ ਕਰ ਦਿੱਤਾ ਕਿ ਉਹਨਾਂ ਨੂੰ ਫਿਰ ਸਾਹਮਣੇ ਵਾਲਾ ਹੰਕਾਰ ਦਾ ਪਹਾੜ ਵੀ ਕੁਝ ਨਹੀਂ ਲੱਗਦਾ ਹੈ। ਬੱਬਰ ਸ਼ੇਰ ਦੀ ਤਰ੍ਹਾਂ ਅੰਦਰ ਦੇ ਜਿਗਰੇ ਬਣ ਗਏ। ਮਹਾਰਾਜ ਕਹਿੰਦੇ
ਇਹ ਮਾਲਕ ਦੀ ਸੰਗਤ ਨਾਮ ਬਾਣੀ ਕਲਾ ਦੀ ਵਡਿਆਈ ਹੈ। ਸਿੰਘ ਬਲਾਈ ਹੋਏ ਗਿਓ ਤ੍ਰਿਣ ਮੇਰ ਦਖੀਤਾ, ਔਰ ਸ਼ਰਮ ਕਰਤੇ ਦਾਮ ਆਡ ਕੋ ਤੇ ਗਣੀ ਤਨੀਤਾ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ, ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ। ਸੋ ਮਹਾਰਾਜ ਕਹਿੰਦੇ ਸੰਗਤ ਦੀ ਨਾਮ ਬਾਣੀ ਦੀ ਬੜੀ ਵਡਿਆਈ ਹੈ, ਬਹੁਤ ਵਡਿਆਈ। ਪਰ ਗੱਲ ਹੈ ਭਰੋਸਾ ਕਰਨ ਦੀ। ਜਿਨ੍ਹਾਂ ਦਾ ਭਰੋਸਾ ਬਣ ਗਿਆ, ਹੁਣ ਆਪਾਂ ਗੁਰੂ ਨੂੰ ਕਿਹੜੇ ਨਜ਼ਰੀਏ ਦੇ ਨਾਲ ਵੇਖਦੇ ਹਾਂ? ਗੁਰੂ ਨਾਨਕ ਮਹਾਰਾਜ ਸਿੱਖ ਵੀ ਬੜੇ ਨੇ ਸਤਿਗੁਰਾਂ ਦੀ ਹਜ਼ੂਰੀ 'ਚ, ਉਹਨਾਂ ਦੇ ਪੁੱਤਰ ਵੀ ਹਨ, ਹੋਰ ਵੀ ਰਿਸ਼ਤੇਦਾਰ ਹੋਣਗੇ, ਭਾਈ ਸਾਹਿਬ ਲਹਿਣਾ ਵੀ ਉੱਥੇ ਹਨ। ਗੁਰੂ ਨਾਨਕ ਨੂੰ ਵੇਖਣ ਦਾ ਨਜ਼ਰੀਆ ਸਾਰਿਆਂ ਦਾ ਵੱਖਰਾ ਵੱਖਰਾ। ਬੱਚਿਆਂ ਨੇ ਸੋਚਿਆ ਸਾਡਾ ਪਿਤਾ ਹੈ, ਇੱਥੋਂ ਤੱਕ ਕਿ ਬਹੁਤ ਲੰਬਾ ਸਮਾਂ ਪਿਤਾ ਮਹਿਤਾ ਕਾਲੂ ਵੀ ਗੁਰੂ ਨਾਨਕ ਨੂੰ ਸਮਝ ਨਾ ਸਕੇ ਤੇ ਆਪਣਾ ਪੁੱਤਰ ਆਮ ਸਧਾਰਨ ਬੱਚਾ ਹੀ ਸਮਝਦੇ ਰਹੇ, ਤੇ ਛੋਟੀਆਂ ਛੋਟੀਆਂ ਗੱਲਾਂ ਤੋਂ ਵੀ ਗੁਰੂ ਨਾਨਕ ਜੀ ਦੇ ਨਾਲ ਝਗੜਾ ਕਰਨਾ। ਸਮਝਦੇ ਸਨ ਮੇਰਾ ਪੁੱਤਰ ਹੈ, ਪਰ ਅਸਲ ਦੇ ਵਿੱਚ ਇਹ ਨਹੀਂ ਸੀ ਪਤਾ ਕਿ ਇਹ ਤੇ ਰੱਬੀ ਜੋਤ ਹੈ, ਇਹ ਤੇ ਨਿਰੰਕਾਰੀ ਜੋਤ ਹੈ, ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਹੁਣ ਵੇਖੋ ਗੰਢਣ ਵਾਲੇ ਕਿੱਦਾਂ ਗੱਲਾਂ ਗੰਢਦੇ ਹਨ ਜੀ। ਗੁਰੂ ਨਾਨਕ ਤੇ ਉਹ ਬੇਦੀ ਤੇ ਲਵ ਕੁਸ਼ ਦੀ ਸੰਤਾਨ ਗੁਰੂ ਰਾਮਦਾਸ, ਇੱਦਾਂ ਦੀਆਂ ਗੱਲਾਂ ਬਣਾ ਲੈਣੀਆਂ। ਪਰ ਗੁਰੂ ਨਾਨਕ ਦੀ ਵਡਿਆਈ ਹੈ ਕਿਸ ਚੀਜ਼ ਕਰਕੇ ਹੈ? ਜੋ ਗੁਰੂ ਨਾਨਕ ਜੀ ਦੇ ਕੋਲ ਹੈ, ਉਹਨਾਂ ਨੇ ਉਹ ਮਹਿਤਾ ਕਾਲੂ ਦੇ ਕੋਲੋਂ ਨਹੀਂ ਲਿਆ, ਜਾਂ ਉਹਨਾਂ ਨੂੰ ਉਹਨਾਂ ਦੇ ਦਾਦੇ ਮੇਹਰ ਚੰਦ ਤੋਂ ਨਹੀਂ ਪ੍ਰਾਪਤ ਹੋਇਆ, ਜਿਹਦਾ ਕਰਕੇ ਆਪਾਂ ਇਹ ਕਹੀਏ ਜੀ ਸ਼ਾਇਦ ਕੋਈ ਪਿੱਛੇ ਕੁੱਲਾਂ ਤੋਂ ਚੱਲਦੀ ਆ ਰਹੀ ਕੋਈ ਦਾਤ ਸੀ, ਕੋਈ ਵਡਿਆਈ ਸੀ। ਉਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜੋ ਹੈ ਉਹ ਸਭ ਨਿਰੰਕਾਰ ਦੇ ਘਰ ਤੋਂ ਆਇਆ ਹੋਇਆ ਗਿਆਨ ਹੈ। ਉਹ ਕਿਸੇ ਕੁੱਲ ਦੇ ਨਾਲ ਜੋੜ ਕੇ ਨਹੀਂ ਆਪਾਂ ਵੇਖ ਸਕਦੇ ਕਿ ਸ਼ਾਇਦ ਕਿਸੇ ਕੁੱਲ ਦੇ ਨਾਲ ਜੋੜ ਕੇ ਤੇ ਅਸੀਂ ਗੁਰੂ ਨਾਨਕ ਨੂੰ ਆਪਣੇ ਨਾਲ ਕੋਈ ਜੋੜ ਕੇ ਕਵੇ ਕਿ ਸਾਡਾ ਹੀ ਹੈ। ਗੁਰੂ ਨਾਨਕ ਤੇ ਨਿਰੰਕਾਰ ਰੂਪ ਪਰਮੇਸ਼ਰ ਰੂਪ ਹਨ। ਗੁਰੂ ਰਾਮਦਾਸ ਤੇ ਪਰਮੇਸ਼ਰ ਰੂਪ ਹਨ। ਜੇਠਾ ਤਾਂ ਪਹਿਲਾਂ ਜੇਠਾ ਹੀ ਸੀ, ਪਰ ਜੇਠੇ ਦੀ ਵਡਿਆਈ ਕਿਦਣ ਹੋਈ? ਜਿੱਦਣ ਗੁਰੂ ਨਾਨਕ ਦੀ ਜੋਤ ਅੰਦਰ ਟਿਕ ਗਈ, ਉਦਣ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਖੈਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲ ਕੈ। ਸੰਗਤ ਤੇ ਨਾਮ ਬਾਣੀ ਦੀ ਜਦੋਂ ਕਲਾ ਵਰਤਦੀ ਹੈ ਤੇ ਮੱਛਰ ਵਰਗਾ ਕਮਜ਼ੋਰ ਜੀਵ ਵੀ ਹੰਕਾਰ ਦੇ ਪਹਾੜ ਨੂੰ ਢਹਿ ਢੇਰੀ ਕਰਨ ਦੇ ਸਮਰੱਥ ਬਣਦਾ ਹੈ, ਔਰ ਕੀੜੀ ਵਰਗਾ ਕਮਜ਼ੋਰ ਜੀਵ ਵੀ ਮੋਹ ਦੇ ਚਿੱਕੜ ਨੂੰ ਪਾਰ ਕਰ ਜਾਂਦਾ ਹੈ, ਤੁਰੰਤ ਪਾਰ ਲੰਘ ਜਾਣਾ ਤਰ ਕੇ। ਸਾਗਰੰਗ ਲਗੰਤ ਪਿੰਗੰ ਤਮ ਪ੍ਰਗਾਸ ਅੰਧ ਕੈ। ਪਿੰਗੰ ਸ਼ਬਦ ਇਹਦਾ ਉਚਾਰਨ ਕਰਨਾ ਹੈ ਪਿੰਗੰ, ਇਹਦਾ ਮਤਲਬ ਹੈ ਪਿੰਗਲਾ। ਪਿੰਗਲਾ ਭਾਵ ਜਿਹਦੀਆਂ ਲੱਤਾਂ 'ਚ ਉਹ ਤਾਕਤ ਨਹੀਂ ਹੈ ਕਿ ਚੱਲ ਸਕੇ, ਲੱਤਾਂ 'ਚ ਚੱਲਣ ਦੀ ਸਮਰੱਥਾ ਨਹੀਂ ਹੈ। ਮਹਾਰਾਜ ਕਹਿੰਦੇ ਜਦੋਂ ਸੰਗਤ ਤੇ ਨਾਮ ਬਾਣੀ ਦੀ ਕਲਾ ਵਰਤਦੀ ਹੈ, ਜਿਹੜਾ ਲੱਤਾਂ ਵਾਲੇ ਪਾਸੇ ਤੋਂ ਪਿੰਗਲਾ ਵੀ ਹੈ, ਭਾਵ ਜਿਹੜਾ ਬਹੁਤ ਕਮਜ਼ੋਰ ਵੀ ਹੈ, ਜਿਹੜਾ ਚੱਲ ਹੀ ਨਹੀਂ ਸਕਦਾ ਹੈ, ਉਹ ਵੀ ਸੰਸਾਰ ਰੂਪੀ ਸਾਗਰ ਨੂੰ ਪਾਰ ਲੰਘਣ ਦੇ ਸਮਰੱਥ ਬਣ ਜਾਂਦਾ ਹੈ। ਜਿਹਨੂੰ ਲੋਕ ਕਹਿੰਦੇ ਹਨ ਇਹ ਤੇ ਬਿਲਕੁਲ ਧਰਮ ਤੋਂ ਟੁੱਟਿਆ ਪਿਆ ਹੈ, ਇਹਨੂੰ ਤੇ ਧਰਮ ਦਾ ਪਤਾ ਹੀ ਕੋਈ ਨਹੀਂ ਹੈ, ਇਹ ਤੇ ਸਮਝੋ ਡੁੱਬਿਆ ਹੀ ਡੁੱਬਿਆ, ਇਹ ਤੇ ਬਰਬਾਦ ਹੀ ਬਰਬਾਦ ਹੈ। ਸੰਗਤ ਤੇ ਨਾਮ ਬਾਣੀ ਉਹਨੂੰ ਵੀ ਪ੍ਰਾਪਤ ਹੋ ਜਾਏ ਤੇ ਮਹਾਰਾਜ ਕਹਿੰਦੇ ਉਹ ਪਿੰਗਲਾ ਵੀ ਪਾਰ ਲੰਘਣ ਦੇ ਸਮਰੱਥ ਬਣਦਾ ਜੇ। ਤਮ ਪ੍ਰਗਾਸੈ ਅੰਧ ਕਹਿ, ਜਿਹੜਾ ਬਿਲਕੁਲ ਅੰਧਾ ਹੈ, ਧਰਮ ਵਾਲੇ ਪਾਸਿਓਂ ਬਿਲਕੁਲ ਅਗਿਆਨੀ ਹੈ, ਉਹਦੇ ਵੀ ਜੀਵਨ ਦੇ ਵਿੱਚ ਗਿਆਨ ਦਾ ਨਾਮ ਬਾਣੀ ਦਾ ਪ੍ਰਕਾਸ਼ ਹੋ ਜਾਂਦਾ ਹੈ ਸੰਗਤ ਦੀ ਬਰਕਤ ਸਦਕਾ। ਸਾਧ ਸੰਗੇਨ ਸਿਮਰੰਤ ਗੋਬਿੰਦ ਸ਼ਰਨ ਨਾਨਕ ਹਰ ਹਰ ਹਰੇ। ਸਤ ਸੰਗਤ 'ਚ ਜੁੜ ਕੇ ਜਿਹੜੇ ਗੋਬਿੰਦ ਨਿਰੰਕਾਰ ਨੂੰ ਸਿਮਰਦੇ ਹਨ, ਜਿਹੜੇ ਗੁਰੂ ਕੀ ਸੰਗਤ ਦਾ ਸਹਾਰਾ ਤੇ ਓਟ ਆਸਰਾ ਲੈ ਕੇ ਚੱਲਦੇ ਹਨ, ਫਿਰ ਉਹਨਾਂ ਦੇ ਅੰਦਰ ਗੁਰੂ ਦੀ ਕਿਰਪਾ ਸਦਕਾ ਹਰ ਤਰ੍ਹਾਂ ਦੀ ਸਮਰੱਥਾ ਕਲਾ ਤੇ ਤਾਕਤ ਆਣ ਵਰਤਦੀ ਹੈ। ਇਸ ਲੋਕ ਰਾਹੀਂ ਮਹਾਰਾਜ ਇਹ ਵਿਚਾਰ ਸਾਨੂੰ ਸਮਝਾ ਰਹੇ ਹਨ।
ਅਗਲੇ ਸ਼ਲੋਕ 'ਚ 46 ਨੰਬਰ ਸ਼ਲੋਕ 'ਚ ਹਜੂਰ ਫਰਮਾਨ ਕਰਦੇ ਹਨ, ਤਿਲਕ ਹੀਣੰ ਜਥਾ ਵਿਪਰਾ ਅਮਰ ਹੀਣੰ ਜਥਾ ਰਾਜਨ। ਕੁਝ ਨਿਸ਼ਾਨੀਆਂ ਹੁੰਦੀਆਂ ਹਨ ਬਾਹਰ ਦੀਆਂ ਜਿਨ੍ਹਾਂ ਤੋਂ ਪਹਿਚਾਣ ਹੁੰਦੀ ਹੈ। ਜਿਵੇਂ ਬਾਹਰ ਅੱਜ ਕੱਲ੍ਹ ਯੂਨੀਫਾਰਮ ਹੁੰਦੀ ਹੈ, ਕਿਸੇ ਸਕੂਲ ਦੇ ਵਿਦਿਆਰਥੀ ਨੇ ਯੂਨੀਫਾਰਮ ਪਹਿਨੀ ਹੈ, ਵਰਦੀ ਪਹਿਨੀ, ਉਹਦੇ ਤੋਂ ਪਤਾ ਲੱਗ ਜਾਂਦਾ ਹੈ ਇਹ ਕਿਹੜੇ ਸਕੂਲ ਦਾ ਬੱਚਾ ਹੈ। ਇਸੇ ਤਰ੍ਹਾਂ ਬਾਹਰ ਦਾ ਕੋਈ ਪੁਲਿਸ 'ਚ ਹੈ, ਉਹਦੀ ਆਪਣੀ ਵਰਦੀ, ਆਰਮੀ ਵਾਲੇ ਦੀ ਆਪਣੀ ਵਰਦੀ ਹੈ, ਉਹਦੇ ਤੋਂ ਪਤਾ ਲੱਗਦਾ ਹੈ ਕਿ ਇਹ ਬੰਦਾ ਇਸ ਮਹਿਕਮੇ ਦੇ ਨਾਲ ਸੰਬੰਧਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਪੰਡਤ ਕੌਣ ਹੈ? ਪੰਡਤ ਦੀ ਇੱਕ ਨਿਸ਼ਾਨੀ ਹੁੰਦੀ ਸੀ, ਉਹ ਮੱਥੇ ਦੇ ਉੱਤੇ ਉਹਨੇ ਆਪਣਾ ਤਿਲਕ ਲਗਾ ਕੇ ਰੱਖਣਾ, ਧੋਤੀ ਆਦਿਕ ਪਾ ਕੇ ਰੱਖਣੀ, ਇੱਦਾਂ ਜੋ ਉਹਨਾਂ ਦਾ ਪਹਿਰਾਵਾ। ਤੇ ਮਹਾਰਾਜ ਕਹਿੰਦੇ ਤਿਲਕ ਹੀਣੰ ਜਥਾ ਵਿਪਰਾ, ਹੋਵੇ ਪੰਡਤ ਤੇ ਮੱਥੇ ਤੇ ਤਿਲਕ ਨਾ ਹੋਵੇ, ਉਹਨੂੰ ਫਿਰ ਕਿਹਨੇ ਪੰਡਤ ਸਮਝਣਾ ਹੈ, ਕਿਹਨੇ ਮੰਨਣਾ ਹੈ, ਕਿਉਂਕਿ ਉਹਦੇ ਤੇ ਤਿਲਕ ਹੀ ਨਹੀਂ ਹੈ। ਤੇ ਅਮਰ ਹੀਣੰ ਜਥਾ ਰਾਜਨ, ਰਾਜਾ ਹੋਵੇ ਪਰ ਹੁਕਮ ਉਹਦਾ ਕਿਤੇ ਵੀ ਨਾ ਚੱਲਦਾ ਹੋਵੇ, ਫਿਰ ਉਹ ਕਾਹਦਾ ਰਾਜਾ ਹੈ? ਅਮਰ ਸ਼ਬਦ ਬਾਣੀ 'ਚ 2-3 ਅਰਥਾਂ 'ਚ ਆਉਂਦਾ ਹੈ। ਅਮਰ ਗੁਰੂ ਅਮਰਦਾਸ ਸਾਹਿਬ ਜੀ ਦੇ ਲਈ ਵੀ ਆਇਆ ਹੈ, ਭੱਲੇ ਅਮਰਦਾਸ ਗੁਣ ਤੇਰੇ। ਅਮਰ ਸ਼ਬਦ ਮੌਤ ਤੋਂ ਰਹਿਤ, ਅਮਰ ਜਿਹੜਾ ਨਹੀਂ ਮਰਦਾ, ਉਹਦੇ ਲਈ ਵੀ ਆਇਆ ਹੈ। ਅਮਰ ਸ਼ਬਦ ਜਿਹੜਾ ਇੱਥੇ ਅਮਰ ਹੈ, ਇਹਦਾ ਭਾਵ ਹੈ ਹੁਕਮ। ਹੋਵੇ ਰਾਜਾ, ਹੁਕਮ ਕਿਸੇ ਪਾਸੇ ਚੱਲਦਾ ਕੋਈ ਨਾ ਹੋਵੇ ਤੇ ਉਹ ਕਾਹਦਾ ਰਾਜਾ ਹੈ? ਇੱਕ ਜਗ੍ਹਾ ਮਹਾਰਾਜ ਜੀ ਦੇ ਬਚਨ ਹਨ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਹੀਂ, ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਮਹਾਰਾਜ ਕਹਿੰਦੇ ਗਾਂ ਹੋਵੇ, ਮੱਝ ਹੋਵੇ, ਪਸ਼ੂ ਹੈ, ਦੁੱਧ ਨਹੀਂ ਦਿੰਦਾ ਹੈ, ਫਿਰ ਉਹਦਾ ਕੀ ਲਾਭ? ਉਹਨੂੰ ਕੌਣ ਰੱਖਦਾ? ਪਸ਼ੂ ਲੋਕ ਤਾਂ ਰੱਖਦੇ, ਮੱਝ ਗਾਂ ਕੇ ਦੁੱਧ ਮਿਲੇਗਾ। ਗਾਂ ਹੋਵੇ ਦੁੱਧ ਨਹੀਂ ਦਿੰਦੀ, ਧੇਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕੰਮ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਪੰਖੀ ਕਾਹਦਾ ਹੈ? ਜਿਹਦੇ ਪੰਖੀ ਨਹੀਂ ਹਨ, ਪੰਖਾਂ ਦੇ ਨਾਲ ਹੀ ਤੇ ਪੰਖੀ ਹੈ। ਜਲ ਬਿਨ ਉਤਪੁਜ ਕਾਮ ਨਹੀਂ, ਫਸਲ ਹੈ, ਪਾਣੀ ਤੋਂ ਬਿਨਾਂ ਫਸਲ ਕਿੱਦਾਂ ਰਹਿ ਸਕਦੀ, ਕਿੱਦਾਂ ਉੱਗ ਸਕਦੀ ਹੈ? ਜਲ ਬਿਨ ਸ਼ਾਖ ਕੁਮਲਾਵਤੀ, ਉਪਜੈ ਨਾਹੀ ਦਾਮ, ਪਾਣੀ ਤੋਂ ਬਿਨਾਂ ਕਾਹਦੀ ਫਸਲ? ਉਹ ਤੇ ਸੁੱਕ ਗਈ ਤੇ ਮੁੱਕ ਗਈ। ਇਸੇ ਤਰ੍ਹਾਂ ਗੁਰੂ ਕਹਿੰਦੇ ਕਿਆ ਸੁਲਤਾਨ ਸਲਾਮ ਵਿਹੂਣਾ, ਉਹ ਕਾਹਦਾ ਬਾਦਸ਼ਾਹ ਹੈ? ਜਿਹਨੂੰ ਕੋਈ ਸਲਾਮ ਹੀ ਕਰਨ ਦੇ ਲਈ ਤਿਆਰ ਨਹੀਂ, ਜਿਹਦੇ ਅੱਗੇ ਕੋਈ ਸਿਰ ਹੀ ਝੁਕਾਉਣ ਦੇ ਲਈ ਤਿਆਰ ਨਹੀਂ, ਉਹ ਬਾਦਸ਼ਾਹ ਕਾਹਦਾ ਹੈ? ਤੇ ਇਹ 4 ਉਦਾਹਰਨਾਂ ਦੇ ਕੇ ਫਿਰ ਗੁਰੂ ਨੇ ਅਗਲੀ ਗੱਲ ਜਿਹੜੀ ਕੀਤੀ, ਕਹਿੰਦੇ ਜਿਵੇਂ ਦੁੱਧ ਤੋਂ ਬਿਨਾਂ ਗਾਂ ਦਾ ਕੋਈ ਮੁੱਲ ਨਹੀਂ, ਪੰਖਾਂ ਤੋਂ ਬਿਨਾਂ ਪੰਛੀ ਦਾ ਕੋਈ ਮੁੱਲ ਨਾ, ਜਿਵੇਂ ਸਲਾਮ ਤੋਂ ਬਿਨਾਂ ਜੇ ਬਾਦਸ਼ਾਹ ਅੱਗੇ ਕੋਈ ਝੁਕਦਾ ਨਹੀਂ, ਬਾਦਸ਼ਾਹ ਦੀ ਕਾਹਦੀ ਔਕਾਤ, ਕਾਹਦਾ ਮੁੱਲ? ਪਾਣੀ ਤੋਂ ਬਿਨਾਂ ਫਸਲ ਕੋਈ ਨਾ। ਇਸੇ ਤਰ੍ਹਾਂ ਅੰਧੀ ਕੋਠੀ ਤੇਰਾ ਨਾਮ ਨਹੀਂ, ਜਿਹੜੇ ਸਰੀਰ ਰੂਪੀ ਘਰ ਅੰਦਰ ਵਾਹਿਗੁਰੂ ਦੀ ਬੰਦਗੀ ਨਹੀਂ ਹੈ, ਉਹ ਸਰੀਰ ਵੀ ਕਾਹਦਾ ਸਰੀਰ? ਉਹ ਕਾਹਦਾ ਕਾਇਆ, ਕਾਹਦਾ ਹਿਰਦਾ? ਉਹ ਤਾਂ ਫਿਰ ਸਮਝੋ ਮੁਰਦਾ ਹੀ ਹੈ। ਦੁਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨਾ ਬਿਸਰਤ ਰਾਮ ਨਾਮ ਬਿਹੂਣ, ਜੀਵਨ ਕੌਣ ਕਾ। ਮਹਾਰਾਜ ਕਹਿੰਦੇ ਤਿਲਕ ਹੀਣੰ ਜਥਾ ਵਿਪਰਾ, ਅਮਰ ਹੀਣੰ ਜਥਾ ਰਾਜਨ। ਹੁਕਮ ਤੋਂ ਬਿਨਾਂ ਜਿਵੇਂ ਕੋਈ ਰਾਜਾ ਹੋਵੇ, ਕੀ ਉਹਦਾ ਕਾਹਦਾ ਉਹ ਰਾਜਾ ਜਿਹਦਾ ਹੁਕਮ ਕੋਈ ਨਹੀਂ ਮੰਨਦਾ ਹੈ। ਆਵਦ ਹੀਣੰ ਜਥਾ ਸੂਰਾ, ਨਾਨਕ ਧਰਮ ਹੀਣੰ ਤਥਾ ਵੈਸ਼ਨਵੈ। ਮਹਾਰਾਜ ਕਹਿੰਦੇ ਸੂਰਮਾ ਕਾਹਦਾ? ਜਿਹਦੇ ਕੋਲ ਹਥਿਆਰ ਹੀ ਨਹੀਂ ਹੈ, ਸ਼ਸਤਰ ਹੀ ਨਹੀਂ ਹੈ, ਕੋਈ ਵੈਪਨ ਹੀ ਨਹੀਂ ਹੈ। ਆਵਦ ਦਾ ਭਾਵ ਹੈ ਹਥਿਆਰ, ਸ਼ਸਤਰ। ਆਵਦ ਹੀਣੰ ਜਥਾ ਸੂਰਾ, ਮੈਦਾਨੇ ਜੰਗ ਦੇ ਵਿੱਚ ਸੂਰਮਾ ਪਹੁੰਚ ਜਾਏ ਤੇ ਲੜਨ ਦੇ ਲਈ ਕੋਈ ਸ਼ਸਤਰ ਹੀ ਨਹੀਂ ਹੈ, ਤੇ ਫਿਰ ਉਹਨੇ ਕਿੱਦਾਂ ਲੜਨਾ ਹੈ? ਜਿਵੇਂ ਸ਼ਸਤਰ ਤੋਂ ਬਿਨਾਂ ਕਾਹਦਾ ਸੂਰਮਾ, ਜਿਵੇਂ ਹੁਕਮ ਨਾ ਮੰਨੇ ਕੋਈ ਤੇ ਕਾਹਦਾ ਰਾਜਾ, ਤੇ ਜਿਵੇਂ ਜੇ ਮੱਥੇ ਤੇ ਤਿਲਕ ਨਹੀਂ ਹੈ ਤੇ ਕਾਹਦਾ ਪੰਡਤ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨਾਨਕ ਧਰਮ ਹੀਣੰ ਤਥਾ ਵੈਸ਼ਨਵੈ, ਜਿਹਦੇ ਜੀਵਨ 'ਚ ਧਰਮ ਹੀ ਨਹੀਂ ਹੈ, ਉਹ ਕਾਹਦਾ ਧਰਮ ਹੈ? ਕਾਹਦਾ ਵਿਸ਼ਨੂੰ ਪਰਮਾਤਮਾ ਦਾ ਕਾਹਦਾ ਉਹ ਭਗਤ ਹੈ? ਜਿਹਦੇ ਜੀਵਨ 'ਚ ਭਗਤੀ ਨਹੀਂ ਹੈ, ਜਿਹਦੇ ਜੀਵਨ 'ਚ ਧਰਮ ਨਹੀਂ ਹੈ, ਉਹ ਕਾਹਦਾ ਧਰਮੀ ਹੈ? ਜੇ ਧਰਮ ਹੈ ਤੇ ਧਰਮੀ ਹੈ, ਹੋਰ ਕੋਈ ਭੇਖ ਦਾ ਨਾਮ ਧਰਮੀ ਨਹੀਂ ਹੈ, ਕਿਸੇ ਭੇਖ ਦਾ ਨਾਮ ਧਰਮੀ ਨਹੀਂ ਹੈ।
ਕਬੀਰ ਸਾਹਿਬ ਕਹਿੰਦੇ ਬੜੇ ਲੋਕ ਸੋਚਦੇ ਹਨ ਕਿ ਸ਼ਾਇਦ ਭੇਖ ਧਾਰਨ ਕਰ ਲਿਆ ਤੇ ਆਪਾਂ ਬਣ ਗਏ ਧਰਮੀ। ਜਿਨੇ ਗੁਰਮਤਿ ਧਾਰਨ ਨਹੀਂ ਕੀਤੀ ਉਹ ਕਾਹਦਾ ਗੁਰਮਤੀਆ ਹੈ। ਜਿਹਦਾ ਮੁੱਖ ਗੁਰੂ ਵਾਲੇ ਪਾਸੇ ਨਹੀਂ ਹੈ ਉਹ ਕਾਹਦਾ ਗੁਰਮੁਖ ਹੈ। ਗੁਰਮੁਖ ਤਾਂ ਉਹ ਜਿਹਦਾ ਮੁੱਖ ਗੁਰੂ ਵਾਲੇ ਪਾਸੇ, ਗੁਰਮਤੀਆ ਉਹ ਜਿਹਨੇ ਗੁਰੂ ਦੀ ਮੱਤ ਧਾਰਨ ਕੀਤੀ। ਸਿੱਖ ਉਹ ਜਿਹਨੇ ਗੁਰੂ ਦੀ ਸਿੱਖਿਆ ਲਈ, ਜਿਹਨੇ ਗੁਰੂ ਦੀ ਸਿੱਖਿਆ ਨਹੀਂ ਲਈ ਉਹ ਕਾਹਦਾ ਸਿੱਖ ਹੈ। ਮਹਾਰਾਜ ਕਹਿੰਦੇ ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਿੱਖ ਤਾਂ ਉਹ ਜਿਹਨੇ ਗੁਰੂ ਦੀ ਸਿੱਖਿਆ ਨੂੰ ਲਿਆ, ਗ੍ਰਹਿਣ ਕੀਤਾ, ਉਹਦੇ ਤੋਂ ਬਿਨਾਂ ਸਿੱਖ ਨਹੀਂ। ਮਹਾਰਾਜ ਕਹਿੰਦੇ ਧਰਮ ਤੋਂ ਬਿਨਾਂ ਕਾਹਦਾ ਪਰਮਾਤਮਾ ਦਾ ਭਗਤ ਹੈ। ਇਹ ਸ਼ਬਦ ਦਾ ਉਚਾਰਨ ਪੈਰ 'ਚ ਨੰਨਾ ਹੈ, ਵੈਸ਼ਨਵੈ ਨੰਨਾ ਸੱਸੇ ਤੋਂ ਬਾਅਦ ਪੜ੍ਹਿਆ ਜਾਣਾ ਹੈ, ਉੱਪਰ ਲਾ ਲਗਾ ਕੇ ਵੈਸ਼ਨਵੈ। ਇਸ ਤੋਂ ਅੱਗੇ 57 ਨੰਬਰ ਸ਼ਲੋਕ 'ਚ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਬਾਰੇ ਸਾਨੂੰ ਦੱਸਦੇ ਹਨ ਕਿ ਉਹਦੀਆਂ ਵਡਿਆਈਆਂ ਬੇਅੰਤ ਹਨ ਅਤੇ ਸਤ ਸੰਗਤ ਦੇ ਵਿੱਚ ਜੁੜ ਕੇ ਹੀ ਮਾਲਕ ਦੀ ਵਡਿਆਈ ਦੀ ਸੂਝ ਬੂਝ ਤਾਂ ਮਿਲਦੀ ਹੈ। ਸਾਹਿਬ ਕਹਿੰਦੇ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸ਼ਿਆਮੰ ਅਸ਼ਚਰਜ ਰੂਪੰ ਰਹੰਤ ਜਨਮੰ। ਅਸ਼ਚਰਜ ਦੇ ਚੱਚਾ ਪੈਰ 'ਚ ਲੱਗਿਆ ਹੋਇਆ ਹੈ। ਅਸ਼ਚਰਜ ਇਹ ਬਾਣੀ 'ਚ ਹੋਰ ਵੀ ਰੂਪਾਂ 'ਚ ਆਉਂਦਾ ਹੈ। ਐੜਾ ਚੱਚਾ ਰਾਰਾ ਜੱਜਾ ਅਚਰਜ ਵੀ ਆਉਂਦਾ ਹੈ। ਉਹਨੂੰ ਕਈ ਵਾਰ ਭੁਲੇਖੇ ਦੇ ਨਾਲ ਕੁਝ ਗੁਰਬਾਣੀ ਪ੍ਰੇਮੀ ਅਚਰਜ ਪੜ੍ਹ ਦਿੰਦੇ ਹਨ, ਪਰ ਇਹ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਸ਼ਬਦ ਹੈ। ਇੱਕ ਹੈ ਚਰਜ, ਚਰਜ ਦਾ ਭਾਵ ਹੈ ਕੌਤਕ, ਤੇ ਨਾਲ ਜਦੋਂ ਐੜਾ ਲੱਗ ਗਿਆ ਤੇ ਅਚਰਜ ਬਣ ਗਿਆ, ਭਾਵ ਹੈਰਾਨ ਕਰ ਦੇਣ ਵਾਲੇ ਕੌਤਕ। ਤੇ ਜੇ ਆਪਾਂ ਉਹਨੂੰ ਅਚ ਤੇ ਰੱਜ ਦੋ ਅੱਖਰਾਂ ਦਾ ਜੋਟਾ ਬਣਾ ਕੇ ਪੜ੍ਹਦੇ ਹਾਂ ਉਹ ਫਿਰ ਸ਼ਬਦ ਦਾ ਕੋਈ ਅਰਥ ਕੋਈ ਨਹੀਂ ਨਿਕਲਦਾ ਹੈ। ਅਚਰਜ ਉਹ ਤੇ ਉਲਟ ਹੋ ਗਿਆ। ਇਸੇ ਤਰ੍ਹਾਂ ਇੱਥੇ ਜਿਹੜਾ ਸ਼ਬਦ ਆਇਆ ਹੈ ਅਸ਼ਚਰਜ, ਐੜਾ ਸੱਸਾ ਵੱਖਰਾ, ਚੱਚਾ ਰਾਰਾ ਜੱਜਾ ਵੱਖਰਾ, ਅਸ਼ਚਰਜ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਅਕਾਲ ਪੁਰਖ ਦੇ ਰੂਪ ਤੇ ਸਰੂਪ ਦੀ ਗੱਲ ਕਰਦੇ ਆ। ਕੁਝ ਲੋਕ ਅਗਿਆਨਤਾ ਵਸ ਕੀ ਕਰਦੇ ਹਨ, ਗੁਰਬਾਣੀ 'ਚ ਜਿਵੇਂ ਰਾਮ ਸ਼ਬਦ ਬਹੁਤ ਵਾਰ ਆਇਆ ਹੈ, ਪਰ ਉਹ ਰਾਮ ਸ਼ਬਦ ਦੋ ਅਰਥਾਂ 'ਚ ਆਇਆ। ਸ਼੍ਰੀ ਰਾਮਚੰਦਰ ਜੀ ਦੇ ਲਈ ਵੀ ਆਉਂਦਾ ਹੈ, ਦਸ਼ਰਥ ਦਾ ਪੁੱਤਰ ਅਯੁੱਧਿਆ ਦਾ ਰਾਜਾ ਹੈ ਜਿਹੜਾ ਰਾਮਚੰਦਰ, ਅਕਾਲ ਪੁਰਖ ਦੇ ਲਈ ਵੀ ਆਇਆ ਹੈ, ਪਰ ਦੋਵੇਂ ਵੱਖਰੇ ਵੱਖਰੇ ਹਨ। ਜਿੱਥੇ ਰਾਮਚੰਦਰ ਦੀ ਗੱਲ ਆਈ ਉੱਥੇ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ, ਜਾਂ ਹੋਰ ਵੀ ਬਹੁਤ ਥਾਵਾਂ 'ਤੇ ਰਾਮ ਗਇਓ ਰਾਵਣ ਗਇਓ, ਉਹ ਰਾਮ ਇੱਕ ਵੱਖਰੇ ਅਰਥਾਂ 'ਚ ਆਇਆ। ਪਰ ਬਹੁਤ ਥਾਵਾਂ 'ਤੇ ਰਾਮ ਸ਼ਬਦ ਅਕਾਲ ਪੁਰਖ ਪਰਮਾਤਮਾ ਦੇ ਲਈ ਆਉਂਦਾ ਹੈ, ਨਿਰੰਕਾਰ ਦੇ ਲਈ ਆਉਂਦਾ ਹੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਉੱਥੇ ਰਾਮ ਸ਼ਬਦ ਅਕਾਲ ਪੁਰਖ ਦੇ ਲਈ ਆਇਆ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਉੱਥੇ ਵੀ ਰਾਮ ਸ਼ਬਦ ਅਕਾਲ ਪੁਰਖ ਦੇ ਲਈ ਆਇਆ ਹੈ। ਹੁਣ ਜੇ ਕੋਈ ਬੰਦਾ ਇਹ ਕਵੇ ਜੀ ਵੇਖੋ ਬਾਣੀ 'ਚ ਰਾਮ ਰਾਮ ਜਪਣ ਦੀ ਗੱਲ ਆਈ ਹੈ ਤੇ ਸ਼੍ਰੀ ਰਾਮਚੰਦਰ ਨੂੰ ਜਪਣ ਦਾ ਉਪਦੇਸ਼ ਹੈ, ਤੇ ਇਹ ਫਿਰ ਭੁਲੇਖਾ ਹੈ, ਇਹ ਅਗਿਆਨਤਾ ਹੈ। ਗੁਰਬਾਣੀ 'ਚ ਸ਼੍ਰੀ ਰਾਮਚੰਦਰ ਨੂੰ ਜਪਣ ਦਾ ਇੱਕ ਵੀ ਸ਼ਬਦ ਨਹੀਂ ਆਇਆ ਹੈ। ਜਿੱਥੇ ਵੀ ਰਾਮ ਧਿਆਉਣ ਦੀ ਗੱਲ ਆਈ ਉੱਥੇ ਅਕਾਲ ਪੁਰਖ ਦੀ ਗੱਲ ਆਈ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਝ ਲੋਕ ਹੁਣ ਕ੍ਰਿਸ਼ਨ ਦੀ ਜਾਂ ਵਿਸ਼ਨੂੰ ਦੀ ਗੱਲ ਕਰਦੇ ਹਨ ਤੇ ਉਹ ਤੁਲਨਾ ਅਕਾਲ ਪੁਰਖ ਦੇ ਨਾਲ ਕਰਦੇ। ਗੁਰਬਾਣੀ 'ਚ ਵੀ ਕਈ ਸ਼ਬਦ ਬਣ ਆਏ ਹਨ ਤੇ ਕਈ ਲੋਕ ਕਹਿੰਦੇ ਹਨ ਕਿ ਵੇਖੋ ਕ੍ਰਿਸ਼ਨ ਦੀ ਹੀ ਉਪਮਾ ਗੁਰੂ ਸਾਹਿਬ ਨੇ ਕੀਤੀ ਹੈ, ਪਰ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਕ੍ਰਿਸ਼ਨ ਦੀ ਕਿਸੇ ਵਿਸ਼ਨੂੰ ਦੀ ਉਪਮਾ ਨਹੀਂ ਕੀਤੀ, ਅਕਾਲ ਪੁਰਖ ਪਰਮਾਤਮਾ ਦੀ ਉਪਮਾ ਦਾ ਉਪਦੇਸ਼ ਦਿੱਤਾ ਹੈ ਸਾਨੂੰ। ਮਹਾਰਾਜ ਇੱਥੇ ਬਿਲਕੁਲ ਸਪਸ਼ਟ ਗੱਲ ਕਰ ਰਹੇ ਹਨ ਕਿ ਇਹ ਨਾ ਸਮਝਿਓ ਕਿ ਜਿਹਦੇ ਹੱਥ ਦੇ ਵਿੱਚ ਸੰਖ ਹੈ ਜਾਂ ਚੱਕਰ ਹੈ ਜਾਂ ਜਿਹਨੇ ਗਦਾ ਹੱਥ ਦੇ ਵਿੱਚ ਪਕੜੀ ਹੈ ਜਾਂ ਜਿਹੜਾ ਕਾਲੇ ਰੰਗ ਦਾ ਹੈ ਉਹ ਸ਼ਾਇਦ ਪਰਮਾਤਮਾ ਹੈ। ਮਹਾਰਾਜ ਕਹਿੰਦੇ ਇਹ ਪਰਮਾਤਮਾ ਦਾ ਕੋਈ ਰੂਪ ਨਹੀਂ, ਜੇ ਰੰਗ ਨਹੀਂ, ਜੇ ਕੋਈ ਪਰਮਾਤਮਾ ਦੇ ਚਿੰਨ੍ਹ ਨਹੀਂ ਹਨ। ਮਤਾਂ ਕਿਸੇ ਕ੍ਰਿਸ਼ਨ ਨੂੰ ਰੱਬ ਸਮਝ ਕੇ ਭੁਲੇਖੇ 'ਚ ਪੈ ਜਾਇਓ ਕਿ ਸ਼ਾਇਦ ਇਹੀ ਭਗਵਾਨ ਹੈ, ਇਹੀ ਭਗਵਾਨ ਨਹੀਂ। ਗੁਰੂ ਨੇ ਅਕਾਲ ਪੁਰਖ ਦੀ ਗੱਲ ਕੀਤੀ, ਅਕਾਲ ਪੁਰਖ ਦੇ ਨਾਲ ਜੁੜਨ ਦੀ ਸਾਨੂੰ ਸਿੱਖਿਆ ਦਿੱਤੀ ਹੈ।
ਗੁਰਮਤ ਦਾ ਸਿਧਾਂਤ ਹੀ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਹੈ। ਤੇ ਆਪਾਂ ਬਚਨ ਪੜ੍ਹਦੇ ਹਾਂ, ਗੁਰ ਜੈਸਾ ਨਾਹੀ ਕੋ ਦੇਵ। ਸਾਡੇ ਲਈ ਸਾਡਾ ਗੁਰੂ ਹੀ ਸਿਰਮੌਰ ਹੈ। ਜਪਜੀ ਸਾਹਿਬ ਵਿੱਚ ਸਤਿਗੁਰਾਂ ਨੇ ਸਪਸ਼ਟ ਕੀਤਾ, ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਸਾਡੇ ਲਈ ਗੁਰੂ ਹੀ ਈਸ਼ਰ, ਗੁਰੂ ਹੀ ਪਾਰਬਤੀ, ਗੁਰੂ ਹੀ ਬ੍ਰਹਮਾ, ਸਾਰਾ ਕੁਝ ਗੁਰੂ ਹੈ। ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਆਪਾਂ ਪੁਜਾਰੀ ਨਹੀਂ ਹੈ। ਮਹਾਰਾਜ ਕਹਿੰਦੇ, ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸ਼ਿਆਮੰ। ਉਹ ਵਾਹਿਗੁਰੂ, ਉਹਦੇ ਹੱਥ ਦੇ ਵਿੱਚ ਨਾ ਤੇ ਕੋਈ ਸੰਖ ਜੇ, ਨਾ ਉਹਦੇ ਹੱਥ ਦੇ ਵਿੱਚ ਕੋਈ ਚੱਕਰ ਹੈ, ਨਾ ਉਹਦੇ ਹੱਥ ਦੇ ਵਿੱਚ ਕੋਈ ਗਦਾ ਭਾਵ ਗੁਰਜ ਹੈ, ਤੇ ਨਾ ਹੀ ਸਿਆਮੰਗ ਦਾ ਭਾਵ ਹੈ ਉਹ ਕੋਈ ਕਾਲੇ ਰੰਗ ਵਾਲਾ ਜਾਂ ਕਿਸੇ ਵਿਸ਼ੇਸ਼ ਰੰਗ ਵਾਲਾ ਹੈ ਜਿਹੜਾ ਕਹਿ ਦਈਏ ਉਹ ਪਰਮਾਤਮਾ ਇਹ ਹੈ। ਫਿਰ ਕਿੱਦਾਂ ਦਾ ਹੈ ਪਰਮਾਤਮਾ? ਅਸ਼ਚਰਜ ਰੂਪੰ। ਅਸ਼ਚਰਜ ਭਾਵ ਹੈਰਾਨ ਕਰ ਦੇਣ ਵਾਲਾ ਹੈ ਪਰਮਾਤਮਾ ਦਾ ਰੂਪ। ਰਹੰਤ ਜਨਮੰ, ਤੇ ਉਹ ਜਨਮ ਮਰਨ ਦੇ ਗੇੜ ਤੋਂ ਰਹਿਤ ਹੈ, ਰਹਿਤ। ਕੁਝ ਲੋਕ ਕਹਿੰਦੇ ਸਨ ਜਨਮ ਅਸ਼ਟਮੀ ਤੇ ਕਹਿ ਦੇਣਾ ਜੀ ਪਰਮਾਤਮਾ ਭਗਵਾਨ ਪ੍ਰਗਟ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ 'ਚ ਕਿਹਾ, ਸੋ ਮੁਖ ਜਲੋਂ ਜਿਤ ਕਹਿ ਠਾਕੁਰ ਜੋਨੀ। ਜਿਹੜੇ ਇਹ ਕਹਿੰਦੇ ਹਨ ਕਿ ਅਸ਼ਟਮ ਥੀਤ ਗੋਬਿੰਦ ਜਨਮਾ ਸੀ, ਕਿ ਸ਼ਾਇਦ ਅਸ਼ਟਮੀ ਨੂੰ ਪਰਮਾਤਮਾ ਪੈਦਾ ਹੋਇਆ, ਮਹਾਰਾਜ ਕਹਿੰਦੇ ਨਹੀਂ, ਸੋ ਮੁਖ ਜਲੋਂ ਜਿਤ ਕਹਿ ਠਾਕੁਰ ਜੋਨੀ। ਜਿਹੜਾ ਰੱਬ ਨੂੰ ਜੰਮਣ ਮਰਨ ਦੇ ਗੇੜ 'ਚ ਲਿਆਉਂਦਾ ਹੈ ਉਹ ਸਮਝੋ ਉਹ ਮੂੰਹ ਹੀ ਸੜ ਜਾਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਰਹੰਤ ਜਨਮੰ, ਉਹ ਜੰਮਣ ਮਰਨ ਦੇ ਗੇੜ ਤੋਂ ਰਹਿਤ ਹੈ। ਨਮਸਤੰ ਅਜਨਮੇ। ਜਾਪ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ, ਹੇ ਜਨਮ ਤੋਂ ਰਹਿਤ ਪਰਮਾਤਮਾ, ਤੈਨੂੰ ਸਾਡੀ ਨਮਸਕਾਰ ਹੈ। ਮੂਲ ਮੰਤਰ ਦੇ ਵਿੱਚ ਵੀ ਆਪਾਂ ਇਸ ਚੀਜ਼ ਦੀ ਵਿਆਖਿਆ ਕੀਤੀ ਹੈ ਕਿ ਉਹ ਅਜੂਨੀ ਹੈ, ਜੋਨਾਂ ਤੋਂ ਰਹਿਤ ਹੈ, ਉਹ ਜੋਨਾਂ 'ਚ ਨਹੀਂ ਆਉਂਦਾ ਹੈ। ਉਹਦਾ ਪ੍ਰਕਾਸ਼ ਉਹਦੇ ਆਪਣੇ ਆਪ ਤੋਂ ਹੋਇਆ ਹੈ, ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਈ। ਨੇਤ ਨੇਤ ਕਥੰਤ ਬੇਦਾ। ਗੁਰੂ ਕਹਿੰਦੇ ਵੇਦ ਵੀ ਉਹਨੂੰ ਬੇਅੰਤ ਤੋਂ ਬੇਅੰਤ ਕਹਿੰਦੇ ਹਨ। ਦੇਵੀਆਂ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਕੋਈ ਦੇਵਤਾ ਕੋਈ ਦੇਵ ਉਹਦਾ ਅੰਤ ਨਹੀਂ ਪਾ ਸਕਦਾ। ਇੱਕ ਬਚਨ ਆਪਾਂ ਕਈ ਵਾਰ ਕਬੀਰ ਸਾਹਿਬ ਦਾ ਮੁੱਖ ਵਾਕ ਰੂਪ 'ਚ ਸੁਣਿਆ ਹੈ, ਕਹਿੰਦੇ ਸਨਕ ਸਨੰਦ ਮਹੇਸ਼ ਸਮਾਨਾ। ਇਹ ਸਨਕ ਸਨੰਦ ਇਹ ਬ੍ਰਹਮਾ ਜੀ ਦੇ ਪੁੱਤਰਾਂ ਦਾ ਨਾਮ ਹੈ ਸਨਾਤਨ ਹਿੰਦੂ ਮਤ ਮੁਤਾਬਕ। ਤੇ ਉਹਨਾਂ ਬਾਰੇ ਕਿਹਾ ਗਿਆ ਹੈ ਕਿ ਉਹ ਬੜੇ ਵਿਦਵਾਨ ਪੁਰਖ ਸਨ। ਤੇ ਕਬੀਰ ਸਾਹਿਬ ਕਹਿੰਦੇ ਭਾਵੇਂ ਵਿਦਵਾਨ ਸਨਕ ਸਨੰਦ ਹੋਣ, ਮਹੇਸ਼ ਭਾਵ ਵਿਸ਼ਨੂੰ ਵੀ ਹੋਵੇ, ਸਨਕ ਸਨੰਦ ਮਹੇਸ਼ ਸਮਾਨਾ, ਇਹਨਾਂ 'ਚੋਂ ਕੋਈ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ। ਕੋਈ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ। ਜਾਂ ਅੱਗੇ ਚੱਲ ਕੇ ਕਹਿੰਦੇ ਹਨੂਮਾਨ ਸਰ ਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਕੋਈ ਉਹਦਾ ਇੱਕ ਭਗਤ ਨਾਮਦੇਵ ਸਾਹਿਬ ਦਾ ਬਚਨ ਹੈ, ਉਹ ਕਹਿੰਦੇ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ, ਕਾਹੇ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ। ਉਹ ਕਹਿੰਦੇ ਕੋਈ ਕਹਿ ਰਿਹਾ ਰੱਬ ਨੇੜੇ ਆ, ਕੋਈ ਕਹਿ ਰਿਹਾ ਦੂਰ ਹੈ, ਪਤਾ ਕਿਸੇ ਨੂੰ ਕੁਝ ਨਹੀਂ ਆ ਕਿ ਨੇੜੇ ਆ ਕਿ ਦੂਰ ਹੈ, ਕਿੱਥੇ ਹੈ। ਇਹ ਤੇ ਕਹਿੰਦੇ ਇੱਦਾਂ ਦੀਆਂ ਬਸ ਅੱਗੋਂ ਸੁਣੀਆਂ ਸੁਣਾਈਆਂ ਗੱਲਾਂ ਲੋਕ ਕਰੀ ਜਾਂਦੇ ਹਨ। ਜਿਵੇਂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਸੁਣ ਵੱਡਾ ਆਖਿਆ, ਸੁਣ ਸੁਣ ਕੇ ਸਾਰੇ ਕਹੀ ਜਾਂਦੇ ਵੱਡਾ, ਪਰ ਹੈ ਕਿੱਡਾ ਵੱਡਾ, ਕੇਵਡ ਵੱਡਾ ਡਿੱਠਾ ਹੋਏ। ਤੇ ਭਗਤ ਜੀ ਕਹਿੰਦੇ ਤੇ ਇੱਦਾਂ ਹੈ ਜਿਵੇਂ ਇੱਕ ਨੇ ਕਹਿ ਦਿੱਤਾ ਮੈਂ ਪਾਣੀ 'ਚ ਰਹਿਣ ਵਾਲੀ ਮੱਛੀ ਨੂੰ ਖਜੂਰ ਤੇ ਚੜ੍ਹਿਆ ਵੇਖਿਆ ਹੈ, ਤੇ ਉਹ ਅੱਗੇ ਫੈਲਾਉਣ ਵਾਲਿਆਂ ਨੇ ਦੋਵਾਂ ਨੂੰ ਦੱਸਿਆ, 4 8 10 ਨੂੰ ਇੱਦਾਂ ਹੀ ਅੱਗੇ ਤੋਂ ਅੱਗੇ ਗੱਲ ਫੈਲਾ ਦਿੱਤੀ। ਕੋਈ ਬੋਲਾ ਨਿਰਵਾ ਕੋਈ ਬੋਲਾ ਦੂਰ, ਜਲ ਕੀ ਮਛਲੀ ਚਰੈ ਖਜੂਰ, ਕਾਹੇ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ, ਪੰਡਤ ਹੋਏ ਕੈ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮੈ ਜਾਣੈ। ਕਹਿੰਦੇ ਕੋਈ ਵੇਦਾਂ ਦਾ ਸਹਾਰਾ ਲੈ ਕੇ ਬਾਹਰ ਦੀਆਂ ਦਲੀਲਾਂ ਪੰਡਤ ਦਿੰਦਾ ਹੋਵੇਗਾ, ਪਰ ਸਾਨੂੰ ਤੇ ਰੱਬ ਦਾ ਪਤਾ, ਇਦੋਂ ਬਿਨਾਂ ਦੂਜੀਆਂ ਦਲੀਲਾਂ ਦਾ ਕੋਈ ਪਤਾ ਨਹੀਂ। ਤੇ ਰੱਬ ਦੀ ਵਡਿਆਈ ਕੀ ਉਹ ਬੇਅੰਤ ਹੈ, ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਹੈ। ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿ ਦਿੱਤਾ, ਮਾਲਕ ਜੀ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ। ਇਹ ਕੋਈ ਅੰਤ ਨਹੀਂ ਹੈ ਪਾ ਸਕਦਾ, ਕੋਈ ਨਹੀਂ ਕਹਿ ਸਕਦੇ। ਜੇ ਕੋਈ ਕਵੇ ਕਿ ਮੈਂ ਅੰਤ ਪਾ ਲਿਆ ਰੱਬ ਦਾ, ਉੱਥੇ ਫਿਰ ਸਤਿਗੁਰਾਂ ਨੇ ਇੱਕ ਬਚਨ ਜਪਜੀ ਸਾਹਿਬ 'ਚ ਹੀ ਕਿਹਾ ਹੈ। ਮਹਾਰਾਜ ਕਹਿੰਦੇ ਜੇ ਕੋ
ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾਂ ਗਵਾਰਾ। ਜੇ ਕੋਈ ਵਿਗੜੇ ਬੋਲ ਬੋਲਦਾ ਹੈ ਤੇ ਉਹ ਸਮਝੋ ਗਵਾਰਾਂ ਦਾ ਗਵਾਰ ਤੇ ਮੂਰਖਾਂ ਦਾ ਮੂਰਖ ਹੈ। ਊਚ ਮੂਚ ਅਪਾਰ ਗੋਬਿੰਦੈ, ਉਹ ਉੱਚਾ ਹੈ, ਉਹ ਵੱਡਾ ਹੈ, ਅਪਾਰ ਉਹਦਾ ਕੋਈ ਪਾਰਲਾ ਪਾਸਾ ਨਹੀਂ ਹੈ। ਗੋਬਿੰਦੈ ਦਾ ਭਾਵ ਹੈ ਉਹ ਰਚਨਹਾਰ ਹੈ, ਧਰਤੀ ਨੂੰ, ਉਹ ਸੰਸਾਰ ਨੂੰ ਉਹਨੇ ਰਚਿਆ ਹੈ। ਬਸੰਤ ਸਾਧ ਰਿਦਯੰ ਅਚੁੱਤ, ਬੁਜੰਤ ਨਾਨਕ ਬੜ ਭਾਗੀਐ। ਕਿੱਥੇ ਹੈ ਪਰਮਾਤਮਾ ਦਾ ਵਾਸਾ, ਜਾਂ ਵਾਹਿਗੁਰੂ ਦੇ ਨਾਮ ਦੇ ਵਾਸੇ ਦੀ ਗੱਲ ਵੀ ਕੀਤੀ ਤੇ ਮਹਾਰਾਜ ਕਹਿੰਦੇ ਕਿੱਥੇ ਪਰਮਾਤਮਾ ਦੇ ਨਾਮ ਦਾ ਨਿਵਾਸ ਹੈ, ਕਿੱਥੇ ਹੈ ਵਾਹਿਗੁਰੂ ਦੇ ਨਾਮ ਦਾ ਵਾਸਾ। ਆਪਾਂ ਬਾਣੀ ਬਹੁਤ ਵਾਰ ਪੜ੍ਹਦੇ ਹਾਂ ਤੇ ਬਾਣੀ ਦੀਆਂ ਰਹਾਉ ਦੀਆਂ ਪੰਕਤੀਆਂ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸ਼ਰਾਮ। ਬਸੰਤ ਸਾਧ ਰਿਦਯੰ, ਮਹਾਰਾਜ ਕਹਿੰਦੇ ਉਹ ਵਾਹਿਗੁਰੂ ਕਿੱਥੇ ਵਸਦਾ ਹੈ, ਗੁਰਮੁਖਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਸਦਾ ਹੈ। ਅਚੁੱਤ, ਅਚੁੱਤ ਦਾ ਭਾਵ ਜਿਹੜਾ ਕਦੇ ਨਾਸ਼ ਹੋਣ ਵਾਲਾ ਨਹੀਂ ਹੈ, ਪਰ ਸਮਝ ਕਿਹਨੂੰ ਪੈਂਦੀ ਹੈ? ਬੁਜੰਤ ਨਾਨਕ ਬੜ ਭਾਗੀ ਆ, ਵੱਡਿਆਂ ਭਾਗਾਂ ਵਾਲੇ ਸਮਝ ਪਾਉਂਦੇ ਹਨ, ਮਾੜੇ ਭਾਗਾਂ ਵਾਲਿਆਂ ਨੂੰ ਸਮਝ ਵੀ ਨਹੀਂ ਪੈਂਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਸੰਗਤ ਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਧ ਸੰਗਤ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ। ਤੇ ਇਸ ਭਰੋਸੇ ਦੇ ਨਾਲ ਆਪਾਂ ਸੰਗਤ 'ਚ ਜੁੜਿਆ ਕਰੀਏ ਕਿ ਗੁਰੂ ਦਾ ਵਾਸਾ, ਵਾਹਿਗੁਰੂ ਦਾ ਇੱਥੇ ਵਾਸਾ, ਤੇ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜੇ ਹਾਂ। ਤੇ ਜਦੋਂ ਭਰੋਸੇ ਦੇ ਨਾਲ ਗੁਰੂ ਕੀ ਸੰਗਤ ਦੇ ਵਿੱਚ ਜੁੜਾਂਗੇ ਫਿਰ ਉਹ ਸਾਰੀਆਂ ਕਲਾਂ ਸਾਡੇ ਜੀਵਨ ਦੇ ਵਿੱਚ ਵੀ ਵਰਤਣਗੀਆਂ ਜਿਹੜੀਆਂ ਮਹਾਰਾਜ ਨੇ ਉਸ ਸ਼ਬਦ 'ਚ ਕਹੀਆਂ ਨੇ, ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਸ ਬਾਣੀ ਦੇ 10 ਸ਼ਲੋਕ ਹੋਰ ਹਨ। ਉਦੋਂ ਬਾਅਦ ਇਸੇ ਹੀ ਬਾਣੀ ਦਾ ਦੂਜਾ ਰੂਪ ਹੈ ਗਾਥਾ, ਉਹਦੇ ਸ਼ਲੋਕਾਂ ਦੀ ਆਪਾਂ ਅੱਗੇ ਵਿਚਾਰ ਆਰੰਭਣੀ ਹੈ। ਸੋ ਆਪ ਵੀ ਜੁੜੋ, ਹੋਰ ਵੀ ਵੱਧ ਤੋਂ ਵੱਧ ਸੰਗਤਾਂ ਨੂੰ ਜੋੜੋ ਤਾਂ ਕਿ ਗੁਰਬਾਣੀ ਵਿਚਾਰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਸਕੇ। ਰੋਜ਼ਾਨਾ ਆਪਾਂ ਰਿਕਾਰਡਿੰਗ ਵੀ ਕਰਦੇ ਹਾਂ ਤੇ ਇਹ ਰਿਕਾਰਡਿੰਗ YouTube ਤੇ ਅਪਲੋਡ ਵੀ ਕੀਤੀ ਜਾਂਦੀ ਹੈ। ਚੈਨਲ ਹੈ ਪਵਿੱਤਰ ਬੋਲ, ਜਿੱਥੇ ਆਪਾਂ ਰੋਜ਼ ਇਹ ਰਿਕਾਰਡਿੰਗ ਅਪਲੋਡ ਕਰਦੇ ਹਾਂ। ਪਵਿੱਤਰ ਬੋਲ YouTube ਦਾ ਚੈਨਲ ਹੈ, ਆਪ ਜੀ ਉੱਥੇ ਵੀ ਸਰਚ ਕਰਕੇ ਤੇ ਗੁਰਬਾਣੀ ਵਿਚਾਰ ਦਾ ਆਨੰਦ ਮਾਣ ਸਕਦੇ ਹੋ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।